Hello students, I am Sreshta Gupta from Dr. Hari Singh Sevak Senior Secondary School, Kotkpura. As we know, every chapter has two things. One is content and the other is theme. If we learn some main points of content, then it is very convenient to answer the questions. ਬੇਟਾ ਹਰ ਚੈਪਟਰ ਦੇ ਵਿੱਚ ਦੋ ਚੀਜ਼ਾਂ ਮੇਨ ਹੁੰਦੀਆਂ, ਇੱਕ ਕੰਟੈਂਟ ਹੁੰਦਾ, ਇੱਕ ਉਸ ਦਾ ਥੀਮ ਹੁੰਦਾ। ਜੇਕਰ ਆਪਾਂ ਉਹਦੇ ਮੇਨ ਪੁਆਇੰਟਸ ਨੂੰ ਯਾਦ ਕਰ ਲਈਏ, ਕੰਟੈਂਟ ਦੇ ਮੇਨ ਪੁਆਇੰਟਸ ਨੂੰ ਯਾਦ ਕਰ ਲਈਏ ਤਾਂ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਏਗਾ ਕੁਐਸਚਨਸ ਦੇ ਆਨਸਰ ਦੇਣੇ। ਅਤੇ ਇੱਕ ਵੱਡਾ ਕੁਐਸਚਨ ਜਿਹੜਾ 5 ਮਾਰਕਸ ਦਾ ਆਉਂਦਾ ਹੈ, ਇਟ ਮੇ ਬੀ ਥੀਮ, ਇਟ ਮੇ ਬੀ ਕਰੈਕਟਰ ਸਕੈਚ ਐਨੀ, ਬਟ ਇਫ ਯੂ ਹੈਵ ਲਰਨਡ ਮੇਨ ਪੁਆਇੰਟਸ ਆਫ ਦ ਚੈਪਟਰ then it is very easy for you to answer the questions. So let's try to learn the main points of the chapter Hassan's attendance problem. The narrator of the chapter is Sudha Murthy. ਇਸ ਚੈਪਟਰ ਦੀ ਜੋ ਨਰੇਟਰ ਹੈ, ਨਰੇਟਰ ਕੌਣ ਹੁੰਦਾ? ਕਹਾਣੀਕਾਰ, ਜਿਹੜਾ ਕਹਾਣੀ ਸੁਣਾ ਰਿਹਾ। ਇਸ ਚੈਪਟਰ ਦੇ ਵਿੱਚ ਸੁਧਾ ਮੂਰਤੀ ਹੈ ਜੋ ਉਹ ਕਹਾਣੀ ਸੁਣਾ ਰਹੀ ਹੈ। ਸ਼ੀ ਟੌਟ ਕੰਪਿਊਟਰ ਐਪਲੀਕੇਸ਼ਨ ਐਟ ਏ ਕਾਲਜ ਇਨ ਬੰਗਲੌਰ। ਉਹ ਬੰਗਲੌਰ ਦੇ ਵਿੱਚ ਇੱਕ ਕਾਲਜ ਦੇ ਵਿੱਚ ਕੰਪਿਊਟਰ ਐਪਲੀਕੇਸ਼ਨ ਪੜ੍ਹਾਉਂਦੀ ਸੀ। ਵਨ ਆਫ ਹਰ ਸਟੂਡੈਂਟਸ ਵਾਜ਼ ਹਸਨ। ਉਹਦੇ ਬਹੁਤ ਸਾਰੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਵਿਦਿਆਰਥੀ ਸੀ ਹਸਨ। ਵਨ ਆਫ ਹਰ ਸਟੂਡੈਂਟਸ, ਉਹਦੇ ਬਹੁਤੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਵਿਦਿਆਰਥੀ ਹਸਨ ਸੀ। He was a tall and handsome boy with good memory. ਉਹ ਟਾਲ ਸੀ, ਹੈਂਡਸਮ ਸੀ ਅਤੇ ਉਸਦੀ ਮੈਮਰੀ ਬੜੀ ਅੱਛੀ ਸੀ। ਬਟ he was irregular in attending his classes. ਪਰ ਉਹ ਆਪਣੀ ਕਲਾਸ ਨੂੰ ਅਟੈਂਡ ਕਰਨ ਦੇ ਵਿੱਚ ਨਿਯਮਤ ਨਹੀਂ ਸੀ। ਇਰਰੈਗੂਲਰ ਕੀ ਹੁੰਦਾ? ਜੋ ਰੋਜ਼ ਨਾ ਕੰਮ ਕਰੀਏ ਆਪਾਂ, ਨਿਯਮਤ ਨਾ ਹੋਵੇ। He attended college mostly during class tests or exams. ਉਹ ਕਦੋਂ ਆਪਣੇ ਕਾਲਜ ਅਟੈਂਡ ਕਰਦਾ ਸੀ? ਜਦੋਂ ਕੋਈ ਕਲਾਸ ਟੈਸਟ ਹੁੰਦਾ ਸੀ ਜਾਂ ਕੋਈ ਐਗਜ਼ਾਮ ਹੁੰਦਾ ਸੀ। He attended college, ਕਾਲਜ ਨੂੰ ਅਟੈਂਡ ਕਰਦਾ ਸੀ ਮੋਸਟਲੀ, ਅਕਸਰ ਹੀ, during class tests or exams. His parents were called to college. ਉਸਦੇ ਪੇਰੈਂਟਸ ਨੂੰ ਕਾਲਜ ਦੇ ਵਿੱਚ ਬੁਲਾਇਆ ਗਿਆ। Both his parents did not take his responsibility. ਉਹਦੇ ਪੇਰੈਂਟਸ ਨੇ, ਦੋਹਾਂ ਨੇ did not take, ਨਹੀਂ ਲਈ। ਕੀ ਨਹੀਂ ਲਈ? his responsibility, ਉਸ ਦੀ ਜ਼ਿੰਮੇਵਾਰੀ। Both his parents did not take his responsibility. The meeting ended fruitlessly. ਇਸ ਲਈ ਜੋ ਮੀਟਿੰਗ ਸੀ ਉਹ ਬਿਨਾਂ ਕਿਸੇ ਰਿਜ਼ਲਟ 'ਤੇ ਪਹੁੰਚੇ ਖਤਮ ਹੋ ਗਈ। According to Hassan, hard workers were nerds. ਹਸਨ ਦੇ ਮੁਤਾਬਕ, according to Hassan, ਹਸਨ ਦੇ ਮੁਤਾਬਕ hard workers were nerds. ਜੋ ਮਿਹਨਤ ਵਾਲੇ ਸੀਗੇ ਉਹ ਮੂਰਖ ਸਨ। nerds ਕੀ ਹੁੰਦਾ? who is not fashionable, you can say boring or stupid. After many years, he met the narrator. ਇੱਥੇ she ਲਿਖਿਆ ਬੇਟੇ, ਇੱਥੇ ਆਪਾਂ ਕੀ ਲਿਖਣਾ? he. After many years, he met the narrator. ਕਈ ਸਾਲਾਂ ਤੋਂ ਬਾਅਦ ਉਹ ਕਹਾਣੀਕਾਰ ਨੂੰ ਮਿਲਿਆ। He was 35 years old and plump with a bald head. ਜਦੋਂ ਮਿਲਿਆ ਉਸ ਵੇਲੇ ਦੀ ਉਮਰ ਸੀਗੀ 35 years. ਪਲੰਪ ਮੀਨਿੰਗ ਉਸ ਵੇਲੇ ਉਹ ਥੋੜ੍ਹਾ ਜਿਹਾ ਮੋਟਾ ਸੀ। ਬਾਲਡ ਹੈਡ, ਉਸ ਦਾ ਸਿਰ ਗੰਜਾ ਸੀ। He had a CD in his hand. ਉਹਦੇ ਹੱਥ ਵਿੱਚ ਇੱਕ CD ਸੀ। He was doing a small job. ਉਹ ਇੱਕ ਛੋਟੀ ਜਿਹੀ ਨੌਕਰੀ ਕਰ ਰਿਹਾ ਸੀ। ਕਿਹੜੀ ਨੌਕਰੀ ਕਰ ਰਿਹਾ ਸੀ? He was doing a small job of selling high school software. ਉਹ ਹਾਈ ਸਕੂਲ ਦਾ ਜੋ ਸੋਫਟਵੇਅਰ ਸੀ ਉਹਨੂੰ ਵੇਚਣ ਦੀ ਛੋਟੀ ਜਿਹੀ ਜੋਬ ਕਰ ਰਿਹਾ ਸੀ। The narrator advised him. ਕਹਾਣੀਕਾਰ ਨੇ ਉਸਨੂੰ ਸਲਾਹ ਦਿੱਤੀ to be positive, ਪੋਜ਼ੀਟਿਵ ਰਹਿਣ ਵਾਸਤੇ, and start life with a new hope, and start life with a
ਨਿਊ ਹੋਪ ਮਤਲਬ ਇੱਕ ਨਵੀਂ ਉਮੀਦ ਦੇ ਨਾਲ ਜ਼ਿੰਦਗੀ ਸ਼ੁਰੂ ਕਰਨ ਦੀ ਸਲਾਹ ਦਿੱਤੀ। ਸੋ ਬੇਟੇ ਇਹ 15 ਪੁਆਇੰਟਸ ਹੈਗੇ ਨੇ, ਜੇ ਇਹਨਾਂ ਵਿੱਚੋਂ ਤੁਸੀਂ ਆਪਣੇ 10 ਵੀ ਯਾਦ ਕਰ ਲੈਂਦੇ ਹੋ, 12 ਵੀ ਯਾਦ ਕਰ ਲੈਂਦੇ ਹੋ, ਤਾਂ ਵੀ ਤੁਸੀਂ ਇਹਨਾਂ ਵਿੱਚੋਂ ਕਾਫੀ ਸਾਰੇ ਕੁਐਸਚਨਸ ਦੇ ਆਨਸਰ ਦੇਣ ਦੇ ਯੋਗ ਹੋ ਜਾਓਗੇ। ਇੱਕ ਨੰਬਰ ਵਾਲੇ ਸ਼ਾਰਟ ਕੁਐਸਚਨਸ ਸਾਰਿਆਂ ਨੂੰ ਆਪਾਂ ਮਿਲਾ ਲਈਏ ਤਾਂ ਜਿੰਨੇ ਕੁ ਤੁਸੀਂ ਪੁਆਇੰਟ, ਜਿਹੜਾ ਬੱਚਾ ਜਿੰਨੇ ਪੁਆਇੰਟ ਯਾਦ ਕਰ ਸਕਦਾ ਹੈ ਉਨੇ ਯਾਦ ਕਰਨੇ ਨੇ। ਥੈਂਕ ਯੂ।